ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਭੂ ਪਿਆਰ ਤੇ ਵਿਰਾਗ ਵਿੱਚ ਭਿੱਜੀ ਸ਼ੇਖ ਫਰੀਦ ਜੀ ਦੀ ਬਾਣੀ ਦਰਜ ਹੈ। ਆਪ ਦੇ ਜੀਵਨ ਉੱਤੇ ਮੁਸਲਮਾਨੀ ਮੱਤ ਦਾ ਪ੍ਰਭਾਵ ਵਧੇਰੇ ਸੀ। ਆਪ ਜੀ ਦੀ ਭਗਤੀ ਮੁਸਲਮਾਨੀਅਤ ਰੰਗ ਵਿੱਚ ਰੰਗੀ ਹੋਈ ਹੈ। ਇਸ ਲਈ ਗੁਰੂ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਨ ਸਮੇਂ ਉਹਨਾਂ ਦੇ ਨਾਮ ਨਾਲ ਸ਼ੇਖ ਫਰੀਦ ਵਰਤਿਆ ਹੈ। ਜਿਵੇਂ ਧਰੂ ਭਗਤ ਜੀ ਦੀ ਭਗਤੀ ਉਹਨਾਂ ਦੀ ਮਾਂ ਦੀ ਪ੍ਰੇਰਨਾ ਦੇ ਆਧਾਰ ਉੱਪਰ ਆਰੰਭ ਹੋਈ, ਇਸ ਤਰ੍ਹਾਂ ਬਾਬਾ ਫਰੀਦ ਜੀ ਨੂੰ ਖੁਦਾ ਦੇ ਮਾਰਗ 'ਤੇ ਤੋਰਨ ਤੇ ਪੂਰਨ ਭਗਤ ਬਣਾਉਣ ਵਿੱਚ ਵੀ ਉਹਨਾਂ ਦੀ ਮਾਤਾ ਜੀ ਦੀ ਸਿੱਖਿਆ ਦਾ ਵਿਸ਼ੇਸ਼ ਹਿੱਸਾ ਹੈ। ਸ਼ੇਖ ਫਰੀਦ ਜੀ 1231 ਵਿੱਚ ਜ਼ਿਲ੍ਹਾ ਮੁਲਤਾਨ ਦੇ ਪਿੰਡ ਕੋਠੇਵਾਲ ਵਿੱਚ ਮਾਤਾ ਮਰੀਅਮ, ਜਿਨ੍ਹਾਂ ਦਾ ਨਾਮ ਦੂਜਾ ਨਾਮ ਕੁਰਸ਼ੇਮ ਦੀ ਪਵਿੱਤਰ ਕੁੱਖ ਤੋਂ ਹੋਇਆ ਹੈ। ਆਪ ਜੀ ਦੇ ਪਿਤਾ ਦਾ ਨਾਮ ਸ਼ਲੇਖ ਜਲਾਲੂਦੀਨ ਸੀ। ਫਰੀਦ ਜੀ ਦੀ ਮਾਤਾ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਹਜ਼ਰਤ ਅਲੀ ਦੇ ਖਾਨਦਾਨ ਵਿੱਚੋਂ ਸਨ। ਉਹਨਾਂ ਦਾ ਨਿਯਮ ਸੀ ਹਰ ਗੱਲ ਵਿੱਚ ਖੁਦਾ ਨੂੰ ਯਾਦ ਕਰਦੇ ਸਨ ਤੇ ਹਰ ਕੰਮ ਦੇ ਆਰੰਭ ਵਿੱਚ ਖੁਦਾ ਕੋਲੋਂ ਦੁਆ ਮੰਗਿਆ ਕਰਦੇ ਸਨ। ਮਾਤਾ ਨੇ ਆਪਣੀ ਇਸ ਆਦਤ ਨੂੰ ਬਾਬਾ ਫਰੀਦ ਜੀ ਉੱਤੇ ਅਸਰਦਾਇਕ ਕਰਨ ਦਾ ਯਤਨ ਛੋਟੀ ਉਮਰ ਵਿੱਚ ਹੀ ਕਰ ਦਿੱਤਾ। ਭੋਲੇ ਬੱਚਿਆਂ ਵਾਂਗ ਇੱਕ ਵਾਰ ਫਰੀਦ ਜੀ ਨੇ ਮਾਤਾ ਜੀ ਨੂੰ ਕਿਹਾ, ਹੇ ਅੰਮਾ ਜਾਨ, ਬਾਰ-ਬਾਰ ਦੁਆਵਾਂ ਕਰਨ ਤੇ ਖੁਦਾ ਨੂੰ ਯਾਦ ਕਰਨ ਨਾਲ ਕੀ ਮਿਲਦਾ ਹੈ। ਮਾਤਾ ਸਿਆਣੀ ਸੀ। ਫਰੀਦ ਜੀ ਦੀ ਹੱਥ ਦੀ ਤਲੀ 'ਤੇ ਸ਼ੱਕਰ ਰੱਖੀ ਤੇ ਕਿਹਾ, ਬੇਟਾ, ਖੁਦਾ ਕੋਲੋਂ ਵਾਰ-ਵਾਰ ਦੁਆਵਾਂ ਕਰਨ ਨਾਲ ਇਹ ਮਿੱਠੀ ਚੀਜ਼ ਮਿਲਦੀ ਹੈ। ਮਾਂ ਕੋਲੋਂ ਵਾਰ-ਵਾਰ ਪੁੱਛਣ ਤੇ ਫਿਰ ਅੱਗੋਂ ਸ਼ੱਕਰ ਮਿਲਣ ਤੇ ਫਰੀਦ ਜੀ ਦੇ ਛੋਟੇ ਹੁੰਦੇ ਤੋਂ ਹੀ ਸ਼ੱਕਰ ਨਾਲ ਬੜਾ ਪ੍ਰੇਮ ਹੋ ਗਿਆ। ਉਹ ਦਿਨ ਵਿੱਚ ਕਈ ਵਾਰ ਸ਼ੱਕਰ ਸ਼ਬਦ ਦੀ ਵਰਤੋਂ ਕਰਿਆ ਕਰਦੇ ਸੀ। ਇਸ ਕਰਕੇ ਹੀ ਬਾਬਾ ਫਰੀਦ ਜੀ ਦੀ ਰਿਹਾਇਸ਼ਗਾਹ ਦਾ ਨਾਮ ਵੀ ਸ਼ੱਕਰਗੰਜ ਪੈ ਗਿਆ। ਆਪ ਵੱਡੇ ਹੋ ਕੇ ਫਰੀਦ ਸ਼ੱਕਰਗੰਜ ਦੇ ਨਾਮ ਨਾਲ ਪ੍ਰਸਿੱਧ ਹੋਏ ਤੇ ਆਪ ਸ਼ੁਰੂ ਤੋਂ ਹੀ ਬੜੇ ਮਿਹਨਤੀ ਤੇ ਹੱਟੀ ਸੀ। ਛੋਟੀ ਉਮਰ ਵਿੱਚ ਹੀ ਸਾਰਾ ਕੁਰਾਨ ਸ਼ਰੀਫ ਉਹਨਾਂ ਨੇ ਜ਼ੁਬਾਨੀ ਯਾਦ ਕਰ ਲਿਆ। ਹੋਰ ਮੁਸਲਮਾਨੀ ਮੱਤ ਦੀ ਵਾਕਫੀ ਵਿੱਚ ਵੀ ਆਪ ਛੇਤੀ ਹੀ ਭਰਪੂਰ ਵਿਦਵਾਨ ਬਣ ਗਏ। ਜਦੋਂ ਆਪ ਮੱਕੇ ਦੀ ਹਜਰਤ 'ਤੇ ਗਏ ਤਾਂ ਉੱਥੇ ਆਪ ਦਾ ਕਈ ਮੁਸਲਮਾਨੀ ਮੱਤ ਦੇ ਪੀਰ ਫਕੀਰਾਂ ਨਾਲ ਗੱਲਬਾਤ ਹੋਈ। ਇਸੇ ਸਮੇਂ ਹੀ ਆਪ ਜੀ ਦੀ ਮੁਲਾਕਾਤ ਹਜ਼ਰਤ ਗਿਆਸ ਅਬਦੁਲ ਕਾਦਰ ਜਿਲਾਨੀ ਨਾਲ ਹੋਈ। ਆਪ ਦੀ ਗੱਲਬਾਤ ਤੋਂ ਉਹ ਬੜੇ ਹੀ ਪ੍ਰਭਾਵਿਤ ਹੋਏ। ਉਹਨਾਂ ਦੀ ਮੁਸਲਮਾਨੀ ਮੱਤ ਬਾਰੇ ਭਰਪੂਰ ਵਿਦਵਤਾ ਨੇ ਹਜ਼ਰਤ ਗਿਆਸ ਜਿਲਾਨੀ ਨੂੰ ਮੋਹ ਹੀ ਲਿਆ ਸੀ। ਉਹਨਾਂ ਨੂੰ ਪ੍ਰਤੀਤ ਹੋਇਆ ਕਿ ਇਹ ਖੁਦਾ ਦੀ ਕੋਈ ਪ੍ਰਸਤੀ ਦੇ ਚੰਗੇ ਫਕੀਰ ਬਣਨਗੇ। ਮੁਸਲਮਾਨੀ ਮੱਤ ਦੇ ਪ੍ਰਚਾਰ ਵਿੱਚ ਵੱਡਾ ਯੋਗਦਾਨ ਪਾਉਣਗੇ। ਇਹ ਖਿਆਲ ਨਾਲ ਹਜ਼ਰਤ ਗਿਆਸ ਬਾਬਾ ਫਰੀਦ ਜੀ ਨੂੰ ਲੋਹੇ ਦਾ ਸੰਦੂਕ ਸਰੋਪਾ ਵਜੋਂ ਦੇ ਦਿੱਤਾ, ਜਿਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਝੰਡੇ, ਇੱਕ ਲੱਕੜੀ ਦਾ ਪਿਆਲਾ, ਕੇਸਰੀ ਪਗੜੀ ਤੇ ਦੁਪੱਟਾ ਆਦਿਕ ਚੀਜ਼ਾਂ ਸਨ। ਇਹਨਾਂ ਚੀਜ਼ਾਂ ਨਾਲ ਬਾਬਾ ਫਰੀਦ ਜੀ ਦੇ ਸਤਿਕਾਰ ਵਿੱਚ ਬੜਾ ਵਾਧਾ ਹੋਇਆ। ਆਪ ਮਦੀਨੇ ਗਏ ਤਾਂ ਇਹ ਚੀਜ਼ਾਂ ਉਹਨਾਂ ਕੋਲ ਵੇਖ ਕੇ ਲੋਕਾਂ ਵਿੱਚ ਵੀ ਆਪ ਦੀ ਵਿਦਵਤਾ
ਦੀ ਚਰਚਾ ਚੱਲ ਪਈ। ਆਪ ਮੱਕੇ ਮਦੀਨੇ ਦੀ ਯਾਤਰਾ ਮਗਰੋਂ ਆਪ ਪੱਕੇ ਹਾਜੀ ਤੇ ਪੱਕੇ ਮੁਸਲਮਾਨੀ ਮਤ ਦੇ ਪ੍ਰਚਾਰਕ ਬਣ ਕੇ ਭਾਰਤ ਵਿੱਚ ਆਏ। ਇੱਥੇ ਆ ਕੇ ਆਪ ਨੇ ਪੀਰ ਬਖਤਿਆਰ ਦੀਨ ਕਾਕੀ ਨੂੰ ਆਪਣਾ ਉਸਤਾਦ ਗੁਰੂ ਬਣਾਇਆ। ਆਪ ਮੱਕੇ ਮਦੀਨੇ ਦੀ ਯਾਤਰਾ ਵੀ ਕਰ ਆਏ, ਪਰ ਇਹਨਾਂ ਦੀ ਮਾਤਾ ਨੂੰ ਇੰਨਾ ਕੁਝ ਹੋਣ 'ਤੇ ਵੀ ਆਪਣੇ ਪੁੱਤਰ ਵਿੱਚ ਅਜੇ ਪੂਰਨ ਬ੍ਰਹਮ ਗਿਆਨੀ ਹੋਣ ਦੀ ਘਾਟ ਨਜ਼ਰ ਆਉਂਦੀ ਸੀ। ਮਾਤਾ ਨੇ ਫਰੀਦ ਜੀ ਨੂੰ ਜੰਗਲ ਵਿੱਚ ਜਾ ਕੇ ਤਪ ਕਰਨ ਦੀ ਸਿੱਖਿਆ ਦਿੱਤੀ। ਮਾਤਾ ਜੀ ਦਾ ਕਹਾ ਮੰਨ ਕੇ ਆਪ ਜੰਗਲ ਵਿੱਚ ਤਪ ਕਰਨ ਲਈ ਚਲੇ ਗਏ। ਜੰਗਲ ਵਿੱਚ ਰੋਟੀ ਕਿੱਥੋਂ ਖਾਣੀ ਸੀ? ਭੁੱਖ ਨੇ ਆਪਣੀ ਆਦਤ ਅਨੁਸਾਰ ਲੱਗਣਾ ਹੀ ਸੀ। ਜੋ ਫਰੀਦ ਜੀ ਨੇ ਆਪਣੀ ਭੁੱਖ ਨੂੰ ਮੇਟਣ ਲਈ ਦਰਖਤਾਂ ਦੇ ਪੱਤੇ ਤੋੜ ਕੇ ਖਾਣੇ ਤੇ ਢਿੱਡ ਨੂੰ ਇਸ ਤਰ੍ਹਾਂ ਕੁਝ ਚੁਲਕਾ ਕੇ ਫਿਰ ਬੰਦਗੀ ਵਿੱਚ ਲੱਗ ਜਾਣਾ। ਕਹਿੰਦੇ ਕਿ ਇਸ ਤਰ੍ਹਾਂ ਕਰਕੇ ਬਾਬਾ ਫਰੀਦ ਜੀ ਨੇ ਕਈ ਚਿਰ ਜੰਗਲਾਂ ਵਿੱਚ ਬੰਦਗੀ ਕਰਦਿਆਂ ਬਤੀਤ ਕੀਤੇ। ਗਰਮੀ ਸਰਦੀ ਧੁੱਪਾਂ ਆਦਿ ਨੂੰ ਸਹਿ ਕੇ ਫਰੀਦ ਜੀ ਦਾ ਸਰੀਰ ਕਰੜਾ ਹੋ ਗਿਆ। ਨਾ ਤੇਲ, ਨਾ ਸਾਬਣ, ਨਾ ਸਰੀਰ ਦੀ ਸਫਾਈ, ਨਾ ਸਿਰ ਦੇ ਵਾਲਾਂ ਨੂੰ ਧੋ ਕੇ ਸਫਾਈ ਕਰਨ ਦਾ ਕੋਈ ਖਿਆਲ ਰੱਖਿਆ। ਬਸ ਇੱਕ ਧੁਨ ਉਹਨਾਂ ਨੂੰ ਬੰਦਗੀ ਕਰਨ ਦੀ ਲੱਗੀ ਰਹੀ। ਬੰਦਗੀ ਤਾਂ ਕਰਦੇ ਸਨ, ਪਰ ਨਾਲ ਹੀ ਦਿਲ ਵਿੱਚ ਉਸ ਖੁਦਾ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਵੀ ਪ੍ਰਬਲ ਹੁੰਦੀ ਗਈ, ਜਿਸ ਨੂੰ ਉਹ ਸਭ ਦਾ ਪਾਲਕ ਅਤੇ ਸਭ ਦੇ ਪੈਦਾ ਕਰਨ ਵਾਲਾ ਦ੍ਰਿੜਤਾ ਤੇ ਯਕੀਨ ਨਾਲ ਸਮਝਣ ਲੱਗ ਪਏ ਸੀ। ਇਸ ਵਿਸ਼ਵਾਸ ਅਤੇ ਦਰਸ਼ਨਾਂ ਦੀ ਲਗਨ ਨੇ ਆਪ ਦੇ ਮਨ ਵਿੱਚ ਵੈਰਾਗ ਪੈਦਾ ਕੀਤਾ। ਉਹ ਹਰ ਵੇਲੇ ਹੀ ਪ੍ਰਭੂ ਦਰਸ਼ਨਾਂ ਦੀ ਤਾਂਘ ਵਿੱਚ ਰਹਿਣ ਲੱਗੇ, ਪਰ 12 ਸਾਲ ਗੁਜ਼ਰਨ 'ਤੇ ਵੀ ਉਹ ਦਰਸ਼ਨ ਨਾ ਕਰ ਸਕੇ। ਇਸ ਸਮੇਂ ਜੰਗਲ ਛੱਡ ਕੇ ਜਦੋਂ ਘਰ ਆਏ, ਮਾਂ ਨੇ ਪੁੱਤਰ ਦੀ ਹਾਲਤ ਵੇਖੀ। ਮਾਂ ਦੇ ਹਿਰਦੇ ਦੀ ਲਾਲਸਾ ਤੇ ਪ੍ਰਬਲ ਇੱਛਾ ਸੀ ਕਿ ਉਸ ਦਾ ਪੁੱਤਰ ਹੋਰ ਪੀਰਾਂ ਫਕੀਰਾਂ ਵਾਂਗ ਕੇਵਲ ਛਿਲੇ ਕੱਟਣ ਤੇ ਕੁਝ ਥੋੜੀ ਜਿਹੀ ਕਰਾਮਾਤ ਪ੍ਰਾਪਤ ਕਰਕੇ ਹੀ ਨਾ ਰਹਿ ਜਾਏ, ਸਗੋਂ ਪੂਰਨ ਸੰਤ ਭਗਤ ਤੇ ਫਕੀਰੀ ਦੇ ਉੱਚੇ ਦਰਜੇ ਨੂੰ ਪ੍ਰਾਪਤ ਕਰੇ। ਫਿਰ ਬਾਬਾ ਫਰੀਦ ਜੀ ਨੂੰ ਮਾਤਾ ਨੇ ਨਵਾ ਧੁਆ ਕੇ ਚੰਗੇ ਕੱਪੜੇ ਪਵਾਏ ਤੇ ਸਿਰ ਵਿੱਚ ਲਿਟਾਂ ਬੱਝੀਆਂ ਪਈਆਂ ਸਨ। ਜਦੋਂ ਮਾਤਾ ਜੀ ਸਿਰ ਵਾਹੁਣ ਤਾਂ ਸਿਰ ਦੇ ਵਾਲਾਂ ਨੂੰ ਦਰਦ ਹੋਵੇ। ਬਾਬਾ ਫਰੀਦ ਜੀ ਪੀੜ ਨਾਲ ਸੀ ਕਰਨ ਲੱਗੇ। ਮਾਤਾ ਨੇ ਕਿਹਾ, ਪੁੱਤਰ, ਦਰਖਤਾਂ ਦੇ ਪੱਤਿਆਂ ਨੂੰ ਵੀ ਤਾਂ ਇੱਦਾਂ ਹੀ ਪੀੜ ਹੁੰਦੀ ਸੀ ਜਿਵੇਂ ਤੈਨੂੰ ਹੁੰਦੀ ਹੈ। ਤੂੰ ਭਗਤੀ ਕਾਹਦੀ ਕੀਤੀ ਹੈ ਜੇ ਦਰਖਤਾਂ ਨੂੰ ਹੀ ਦੁੱਖ ਦਿੰਦਾ ਰਿਹਾ ਹੈ? ਮਾਤਾ ਦੇ ਬਚਨ ਫਰੀਦ ਜੀ ਨੂੰ ਤੀਰ ਵਾਂਗ ਲੱਗੇ। ਉਸੇ ਦਿਨ ਹੀ ਬਾਬਾ ਫਰੀਦ ਜੀ ਫਿਰ ਬੰਦਗੀ ਕਰਨ ਚਲੇ ਗਏ। ਢਿੱਡ ਤੇ ਕਾਠ ਭਾਵ ਲੱਕੜ ਦੀ ਰੋਟੀ ਬੰਨ੍ਹ ਲਈ, ਪਰ ਐਤਕਾਂ ਦਰਖਤਾਂ ਦੇ ਪੱਤੇ ਤੋੜ ਕੇ ਨਹੀਂ ਖਾਧੇ, ਥੱਲਿਓਂ ਡਿੱਗੇ ਹੀ ਚੁੱਕ ਕੇ ਖਾ ਲੈਂਦੇ। ਤੇ ਇਉਂ ਹੀ 12 ਸਾਲ ਫਿਰ ਉਹਨਾਂ ਨੇ ਪਹਾੜੀ ਤਪੱਸਿਆ ਕੀਤੀ। ਜੰਗਲ ਦੇ ਪਾਲੇ ਤੇ ਧੁੱਪਾਂ ਸਹਾਰਦੇ ਰਹੇ ਤੇ ਪੁੰਜੇ ਹੀ ਸੌਂਦੇ ਰਹੇ। ਖੌਰੇ ਮੀਂਹ ਕਣੀ ਤੋਂ ਕਿਵੇਂ ਬਚਦੇ ਰਹੇ ਹੋਣਗੇ, ਇਸ ਗੱਲ ਨੂੰ ਉਹੀ ਜਾਣਦੇ ਸਨ। 12 ਸਾਲ ਕਠਨ ਘਾਲਣਾ ਘੱਲ ਕੇ ਘਰ ਆ ਗਏ, ਪਰ ਅਜੇ ਭਗਤੀ ਦੀ ਸਿਖਰ ਪ੍ਰਾਪਤੀ ਨਹੀਂ ਸੀ ਹੋਈ। ਮਾਤਾ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਬਾਬਾ ਫਰੀਦ ਜੀ ਜੰਗਲਾਂ ਨੂੰ ਚਲੇ ਗਏ ਸਨ, ਪਰ ਐਤਕਾਂ ਮਾਂ ਕੋਲ ਘਰ ਪੁੱਜਣ ਤੋਂ ਪਹਿਲਾਂ ਹੀ ਉਹਨਾਂ ਨਾਲ ਰਸਤੇ ਵਿੱਚ ਇੱਕ ਅਜਿਹੀ ਘਟਨਾ ਵਾਪਰ ਗਈ, ਜਿਸ ਨਾਲ ਉਹਨਾਂ ਨੂੰ ਇਹ ਯਕੀਨ ਹੋਇਆ ਕਿ ਉਹਨਾਂ ਦੀ ਕਾਲ ਥਾਏ
ਨਹੀਂ ਪਈ। ਉਹ ਜੰਗਲਾਂ ਵਿੱਚੋਂ ਬਾਹਰ ਆ ਗਏ ਤੇ ਇੱਕ ਪਿੰਡ ਤੋਂ ਕੁਝ ਦੂਰ ਸਵੇਰ ਸਾਰ ਚਿੜੀਆਂ ਇੱਕ ਦਰਖਤ 'ਤੇ ਚਹਿ ਚਹਿ ਕਰ ਰਹੀਆਂ ਸੀ। ਬਾਬਾ ਫਰੀਦ ਜੀ ਉਹਨਾਂ ਚਿੜੀਆਂ ਦੀ ਚਹਿ ਚਹਿ ਸੁਣ ਕੇ ਉਸ ਦਰਖਤ ਥੱਲੇ ਖੜੇ ਹੋ ਗਏ। ਮਨ ਵਿੱਚ ਇਹ ਦੇਖਣ ਦੀ ਲਾਲਸਾ ਸੀ ਕਿ ਇਸ ਵਾਰ ਦੀ ਮਿਹਨਤ ਦਾ ਉਹਨਾਂ ਨੂੰ ਕੁਝ ਫਾਇਦਾ ਹੋਇਆ ਹੈ ਕਿ ਨਹੀਂ। ਇਹ ਦੇਖਣ ਲਈ ਸੁਭਾਵਿਕ ਹੀ ਉਹਨਾਂ ਦੇ ਮੂੰਹੋਂ ਨਿਕਲਿਆ, ਚਿੜੀਓ ਮਰ ਜਾਓ। ਸੱਚਮੁੱਚ ਚਿੜੀਆਂ ਉਸ ਵੇਲੇ ਮਰ ਕੇ ਥੱਲੇ ਡਿੱਗਣ ਲੱਗ ਗਈਆਂ ਤੇ ਵੇਖਦੇ ਵੇਖਦੇ ਬਾਬਾ ਫਰੀਦ ਜੀ ਦੇ ਸਾਹਮਣੇ ਮੋਈਆਂ ਚਿੜੀਆਂ ਦਾ ਢੇਰ ਲੱਗ ਗਿਆ। ਆਖਰ ਬਾਬਾ ਫਰੀਦ ਜੀ ਦਰਦਵੰਦ ਫਕੀਰ ਸਨ। ਆਪਣੀ ਇਸ ਗੱਲ ਦਾ ਪਛਤਾਤਾਪ ਕਰਨ ਲੱਗੇ ਤੇ ਖੁਦਾ ਕੋਲੋਂ ਦੁਆ ਕੀਤੀ ਕਿ ਚਿੜੀਆਂ ਜਿੰਦਾ ਹੋ ਜਾਣ। ਜਦੋਂ ਐਸਾ ਕਹਿਣ ਤੇ ਚਿੜੀਆਂ ਜਿਉਂ ਪਈਆਂ ਤਾਂ ਬਾਬਾ ਫਰੀਦ ਜੀ ਹੁਣ ਡਾਢੇ ਖੁਸ਼ ਹੋਏ ਤੇ ਸਮਝ ਲਿਆ ਕਿ ਬਸ ਪ੍ਰਭੂ ਮਿਲ ਗਿਆ ਹੈ। ਇੰਨੇ ਵਿੱਚ ਦਿਨ ਚੰਗਾ ਚੜ੍ਹ ਗਿਆ। ਧੁੱਪ ਚੁਭਣ ਲੱਗ ਪਈ ਸੀ। ਬਾਬਾ ਫਰੀਦ ਜੀ ਨੂੰ ਪਿਆਸ ਲੱਗ ਗਈ। ਸਾਹਮਣੇ ਪਿੰਡ ਦੇ ਨੇੜੇ ਖੂਹ ਸੀ। ਉਹਨਾਂ ਵੇਖਿਆ ਇੱਕ ਮੁਟਿਆਰ ਖੂਹ ਵਿੱਚੋਂ ਪਾਣੀ ਦੇ ਘੜੇ ਕੱਢ ਕੱਢ ਕੇ ਰੋੜੀ ਜਾ ਰਹੀ ਸੀ। ਉਹਨਾਂ ਨੂੰ ਪਿਆਸ ਲੱਗੀ ਤਾਂ ਉਹ ਪਾਣੀ ਪੀਣ ਲਈ ਉਸ ਵੱਲ ਆ ਗਏ। ਜਦੋਂ ਉਹਨਾਂ ਨੇ ਆਵਾਜ਼ ਦਿੱਤੀ, ਫਕੀਰ ਨੂੰ ਪਿਆਸ ਲੱਗੀ ਹੈ, ਤੂੰ ਪਾਣੀ ਡੋਲਣ ਤੋਂ ਪਹਿਲਾਂ ਇੱਕ ਘੁੱਟ ਪਾਣੀ ਮੈਨੂੰ ਪਿਲਾ ਦਿਓ। ਪਰ ਉਸ ਮੁਟਿਆਰ ਨੇ ਜਵਾਬ ਸੁਣ ਕੇ ਅਣਸੁਣੀ ਕਰ ਦਿੱਤੀ ਤੇ ਘੜਾ ਡੋਲ ਕੇ ਫਿਰ ਖੂਹ ਵਿੱਚ ਵਹਾ ਦਿੱਤਾ। ਬਾਬਾ ਫਰੀਦ ਜੀ ਨੇ ਸਮਝਿਆ, ਚੱਲ ਇਸ ਵਾਰ ਨਾ ਸਹੀ, ਹੋਰ ਖਿੱਚ ਕੇ ਪਿਆ ਦੇਵੇਗੀ। ਪਰ ਉਸਨੇ ਫਰੀਦ ਜੀ ਨੂੰ ਪਾਣੀ ਨਾ ਦਿੱਤਾ ਤੇ ਉਹ ਘੜਾ ਵੀ ਡੋਲ ਦਿੱਤਾ। ਇਹ ਵੇਖ ਕੇ ਫਰੀਦ ਜੀ ਨੂੰ ਕੁਝ ਨਾਰਾਜ਼ਗੀ ਹੋਈ। ਫਿਰ ਥੋੜ੍ਹਾ ਕੜਰੇ ਸ਼ਬਦਾਂ ਵਿੱਚ ਕਿਹਾ, ਪਾਣੀ ਪਿਲਾ ਦੇ, ਤੈਨੂੰ ਸੌਂਦਾ ਨਹੀਂ, ਐਵੇਂ ਪਾਣੀ ਡੋਲੀ ਜਾ ਰਹੀ ਹੈ ਪਰ ਪਿਆਸੇ ਨੂੰ ਨਹੀਂ ਪਿਆਉਂਦੀ। ਤਾਂ ਉਸ ਮੁਟਿਆਰ ਨੇ ਕਿਹਾ, ਪਾਣੀ ਦਾ ਘੜਾ ਮੈਂ ਐਵੇਂ ਨਹੀਂ ਡੋਲਦੀ, ਕਿਸੇ ਅੱਗ ਨੂੰ ਬੁਝਾਉਣ ਲਈ ਡੋਲ ਰਹੀ ਹਾਂ। ਬਾਬਾ ਫਰੀਦ ਜੀ ਬੋਲੇ, ਹਾਂ ਦੱਸ, ਅੱਗ ਕਿੱਥੇ ਹੈ? ਤੂੰ ਫਕੀਰਾਂ ਨੂੰ ਚਿੜੀਆਂ ਮਾਰ ਜਵਾ ਲਾਇਆ ਹੈ ਪਰ ਅੱਗ ਲੱਗੀ ਨਹੀਂ ਦੇਖ ਸਕਦਾ। ਹੁਣ ਤਾਂ ਫਰੀਦ ਜੀ ਦੇ ਰੋਂਗਟੇ ਖੜੇ ਹੋ ਗਏ। ਤਾਂ ਇਸ ਮੁਟਿਆਰ ਨੂੰ ਮੇਰੀਆਂ ਚਿੜੀਆਂ ਮਾਰਨ ਤੇ ਜਵਾਲਣ ਦੀ ਗੱਲ ਦਾ ਕਿਵੇਂ ਪਤਾ ਲੱਗ ਗਿਆ ਹੈ? ਇਸ ਨੂੰ ਇੰਨੀ ਦੂਰੋਂ ਇਹ ਕੁਝ ਜਾਣ ਲੈਣ ਤੇ ਅੱਗ ਖੌਰੇ ਕਿੱਥੇ ਲੱਗੀ ਹੈ ਤੇ ਇਹ ਇੱਥੇ ਹੀ ਪਾਣੀ ਡੋਲ ਕੇ ਉਸ ਨੂੰ ਬੁਝਾ ਰਹੀ ਹੈ। ਫਿਰ ਬਾਬਾ ਫਰੀਦ ਜੀ ਨੇ ਨਿਮਰਤਾ ਨਾਲ ਪੁੱਛਿਆ, ਬੀਬੀ, ਇਹ ਸਿੱਧੀ ਤੂੰ ਕਿੱਥੇ ਪਾਈ ਹੈ? ਸ਼ਾਇਦ ਪ੍ਰਭੂ ਜੀ ਨੇ ਹੀ ਬਾਬਾ ਫਰੀਦ ਜੀ ਨੂੰ ਹੋਰ ਤਪੱਸਿਆ ਕਰਨ ਦੀ ਪ੍ਰੇਰਨਾ ਦੇਣ ਲਈ ਇਹ ਕੌਤਕ ਰਚਾ ਦਿੱਤਾ ਸੀ। ਤਾਂ ਉਸ ਮੁਟਿਆਰ ਨੇ ਦੱਸਿਆ, ਮੈਂ ਪਤੀ ਦੀ ਇੱਕ ਰਾਤ ਨੂੰ ਕੀਤੀ ਸੇਵਾ ਦੇ ਫਲ ਕਰਕੇ ਇਹ ਬਲ ਪ੍ਰਾਪਤ ਕੀਤਾ ਹੈ। ਮੇਰੇ ਪਤੀ ਨੇ ਪਾਣੀ ਮੰਗਿਆ ਪਰ ਮੇਰੇ ਪਾਣੀ ਦਾ ਕਟੋਰਾ ਲਿਜਾਣ ਤੋਂ ਪਹਿਲਾਂ ਹੀ ਉਹਨਾਂ ਦੀ ਅੱਖ ਲੱਗ ਗਈ। ਮੈਂ ਪਾਣੀ ਲੈ ਕੇ ਸਾਰੀ ਰਾਤ ਖਲੋਤੀ ਰਹੀ। ਜਦੋਂ ਦਿਨ ਚੜ੍ਹੇ ਮੇਰੇ ਪਤੀ ਨੂੰ ਜਾਗ ਆਈ ਤਾਂ ਉਹਨਾਂ ਮੈਨੂੰ ਆਵਾਜ਼ ਦਿੱਤੀ ਤੇ ਪਾਣੀ ਪੀਤਾ। ਬਸ ਇਸੇ ਸੇਵਾ ਨੇ ਪਤੀ ਜੀ ਨੂੰ ਪ੍ਰਸੰਨ ਕਰ ਦਿੱਤਾ ਤੇ ਮੈਨੂੰ ਇਹ ਤਾਕਤ ਮਿਲ ਗਈ। ਹੁਣ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੈ ਜੋ ਦੂਸਰੇ ਪਿੰਡ ਹੈ, ਪਰ ਮੈਂ ਇੱਥੇ ਹੀ ਪਾਣੀ ਪਾ ਪਾ ਕੇ ਅੱਗ ਬੁਝਾ ਰਹੀ ਹਾਂ। ਇਸ ਕਰਕੇ ਹੀ ਤੁਹਾਨੂੰ ਪਾਣੀ ਦੇਣ ਵਿੱਚ ਦੇਰ ਲੱਗੀ ਹੈ। ਪਰ ਹੁਣ ਰਸਤੇ ਵਿੱਚੋਂ ਹੀ
ਇਸ ਮੁਟਿਆਰ ਦੇ ਕੌਤਕ ਨੂੰ ਵੇਖ ਕੇ ਬਾਬਾ ਫਰੀਦ ਜੀ ਨੂੰ ਪ੍ਰਤੀਤ ਹੋ ਗਿਆ ਕਿ ਮੈਂ ਚਿੜੀਆਂ ਤਾਂ ਮਾਰ ਕੇ ਜਿਵਾ ਲਈਆਂ ਹਨ, ਪਰ ਅਜੇ ਉਹ ਇਸ ਮੁਟਿਆਰ ਦੀ ਭਗਤੀ ਤੋਂ ਪਿੱਛੇ ਹਨ। ਐਤਕਾ ਘਰ ਵਿੱਚ ਜਾਂਦੇ ਹੀ ਉਹ ਉਦਾਸ ਹੋ ਗਏ, ਕਿਉਂਕਿ ਅੱਗੇ ਮਾਤਾ ਦਾ ਦੇਹਾਂਤ ਹੋ ਚੁੱਕਾ ਸੀ। ਮਾਤਾ ਨੇ ਫਰੀਦ ਜੀ ਦੇ ਦਿਲ ਵਿੱਚ ਪ੍ਰਭੂ ਦੀ ਪ੍ਰੀਤੀ ਲਾਈ ਸੀ। ਉਹਨਾਂ ਨੇ ਪੜ੍ਹਾਇਆ ਅਤੇ ਵਿਦਵਾਨ ਬਣਾਇਆ ਸੀ। ਫਕੀਰੀ ਸਿੱਖਿਆ ਵੀ ਉਹ ਕਈ ਫਕੀਰਾਂ ਦੀ ਸੰਗਤ ਤੋਂ ਪ੍ਰਾਪਤ ਕਰ ਚੁੱਕੇ ਸਨ, ਪਰ ਮਨ ਵਿੱਚ ਇਹ ਉਮੰਗ ਹੁਣ ਫਿਰ ਇੱਕ ਵਾਰ ਜ਼ੋਰ ਫੜ ਗਈ ਤੇ ਇਹਨਾਂ ਨੇਤਰਾਂ ਨਾਲ ਪ੍ਰਭੂ ਦੇ ਦਰਸ਼ਨ ਕਰਨੇ ਹਨ। ਛੇਤੀ ਹੀ ਉਹ ਤੀਜੀ ਵਾਰ ਫਿਰ ਜੰਗਲਾਂ ਨੂੰ ਚਲੇ ਗਏ। ਘਰ ਦੇ ਸੁੱਖ ਉਹਨਾਂ ਦੇ ਪ੍ਰਭੂ ਪ੍ਰੀਤੀ ਤੇ ਵਿਰਾਗ ਵਿੱਚ ਮੱਤੇ ਮਨ ਨੂੰ ਮੋਹ ਨਾ ਸਕੇ। ਕਈਆਂ ਨੇ ਕਿਹਾ ਹੋਵੇਗਾ ਹੁਣ ਨਾ ਜਾਇਓ, ਪਰ ਇਸ ਵਾਰ ਆਪਣੇ ਜਾਨ ਦੀ ਬਾਜੀ ਦੇਣ ਦੀ ਠਾਣ ਲਈ। ਪਰ ਜਾਨ ਦੀ ਬਾਜੀ ਲਾਉਣ ਵਿੱਚ ਵੀ ਸਿਆਣਪ ਵਰਤੀ। ਕਰੋ ਸੰਗਲ ਲੈ ਕੇ ਚਲੇ। ਐਤਕਾ ਪੁੱਠੇ ਲਟਕੇ ਸਰੀਰ ਨੂੰ ਦੁੱਖਾਂ ਵਿੱਚ ਪਾ ਕੇ ਬੰਦਗੀ ਕਰਨ ਦੀ ਠਾਣ ਲਈ, ਤਾਂ ਕਿ ਇਹ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਕਿਸੇ ਹੋਰ ਗੱਲ ਨੂੰ ਸੋਚੇ ਹੀ ਨਾ। ਦੂਰ ਜੰਗਲ ਵਿੱਚ ਚਲੇ ਗਏ। ਉਹਨਾਂ ਇੱਕ ਸੁੱਕਾ ਖੂਹ ਜਾਂ ਟੋਇਆ ਵੇਖਿਆ। ਸੰਗਲ ਨੂੰ ਉੱਪਰ ਦਰਖਤ ਦੇ ਟਾਹਣ ਨਾਲ ਬੰਨ੍ਹਿਆ ਤੇ ਦੂਜੇ ਬੰਨੇ ਆਪਣਾ ਆਪ ਬੰਨ੍ਹ ਕੇ ਸਰੀਰ ਨੂੰ ਪੁੱਠਾ ਲਟਕਾ ਲਿਆ। ਬੜੀ ਕਠਿਨ ਤਪੱਸਿਆ ਸੀ, ਪਰ ਬਿਰਹਾ ਪ੍ਰਭੂ ਦੇ ਦਰਸ਼ਨਾਂ ਦੀ ਸਿੱਕੇ ਤੇ ਪਪੀਹੇ ਵਾਲੀ ਤੜਪ ਵਿੱਚ ਉਹ ਮਸਤ ਹੋਏ। ਇਸ ਦੁੱਖ ਨੂੰ ਹੀ ਦੁੱਖ ਨਹੀਂ ਸਨ ਸਮਝਦੇ। ਉਹ ਤਾਂ ਇਸ ਗੱਲ ਨੂੰ ਆਪਣਾ ਨਿਸ਼ਾਨਾ ਥਾਪ ਕੇ ਇਸ ਪਾਸੇ ਲੱਗੇ ਰਹੇ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੇ, ਸੋ ਤਨ ਜਾਨ ਮਸਾਨ। ਭਾਵ ਕਿ ਜਿਸ ਸਰੀਰ ਵਿੱਚ ਪ੍ਰਭੂ ਦੀ ਪ੍ਰੀਤ ਨਹੀਂ, ਪ੍ਰਭੂ ਨੂੰ ਮਿਲਣ ਦੀ ਤਾਂਘ ਤੇ ਪ੍ਰਭੂ ਤੋਂ ਵਿਛੋੜੇ ਹੋਣ ਦਾ ਅਹਿਸਾਸ ਨਹੀਂ, ਐਸਾ ਤਨ ਤਾਂ ਮਸਾਨ ਭਾਵ ਮੁਰਦਾ ਦੀ ਨਿਆਈ ਹੈ। ਫਰੀਦ ਜੀ ਆਖਦੇ ਹਨ, ਹੇ ਬਿਰਹਾ, ਤੈਨੂੰ ਦੁਨਿਆਵੀ ਆਸ਼ਕ ਦੇ ਕੁੱਠੇ ਲੋਕ ਭਾਵੇਂ ਬੁਰਾ ਕਹਿਣ ਵਾਲੇ, ਪਰ ਮੈਨੂੰ ਤਾਂ ਤੂੰ ਸੁਲਤਾਨ ਬਾਦਸ਼ਾਹ ਜਾਪਦਾ ਹੈ। ਇਸ ਪ੍ਰਭੂ ਪ੍ਰੀਤੀ ਬਿਨਾਂ ਸਭ ਕੁਝ ਹੀ ਮਸਾਨਾ ਵਾਂਗ ਹੈ। ਕਹਿੰਦੇ ਹਨ ਕਿ ਇੱਕ ਭੋਲੇ ਆਜੜੀ ਨੇ ਇਹਨਾਂ ਨੂੰ ਇਉਂ ਹੀ ਪੁੱਠੇ ਲਟਕਾ ਕੇ ਦੁੱਖ ਪਾਉਂਦੇ ਵੇਖਿਆ ਤੇ ਪੁੱਛਿਆ, ਆਪ ਇਸ ਤਰ੍ਹਾਂ ਕਿਉਂ ਲਟਕੇ ਹੋਏ ਹੋ? ਬਾਬਾ ਫਰੀਦ ਜੀ ਨੇ ਕਿਹਾ, ਅਸੀਂ ਬੰਦਗੀ ਕਰ ਰਹੇ ਹਾਂ, ਖੁਦਾ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦੀ ਉਡੀਕ ਵਿੱਚ ਹੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ। ਉਹ ਰੱਬ ਇੱਦਾਂ ਦੇ ਦੁੱਖ ਪਾਏ ਬਗੈਰ ਨਹੀਂ ਮਿਲਦਾ। ਜਿਨ੍ਹਾਂ 'ਤੇ ਉਹ ਮਿਹਰਬਾਨ ਹੋ ਜਾਏ ਉਹਨਾਂ ਨੂੰ ਮਿਲਦਾ ਹੈ, ਪਰ ਮੇਰੇ 'ਤੇ ਅਜੇ ਮਿਹਰਬਾਨੀ ਨਹੀਂ ਹੋਈ। ਬਾਬਾ ਫਰੀਦ ਜੀ ਨੇ ਕਿਹਾ, ਤੁਹਾਡੇ 'ਤੇ ਮਿਹਰਬਾਨੀ ਹੋ ਜਾਏਗੀ। ਹਾਂ, ਜਦੋਂ ਉਸ ਨੂੰ ਚਾਹਿਆ, ਪਰ ਹੋਵੇਗੀ ਜ਼ਰੂਰ। ਆਜੜੀ ਫਰੀਦ ਜੀ ਦੀ ਗੱਲਬਾਤ ਤੋਂ ਬੜਾ ਪ੍ਰਭਾਵਿਤ ਹੋਇਆ। ਉਸਨੇ ਕਿਤੇ ਫਕੀਰਾਂ ਦੀ ਸੰਗਤ ਕੀਤੀ ਸੀ ਤੇ ਦੁੱਖ ਬਾਰੇ ਗੱਲਾਂ ਵੀ ਸੁਣਾਈਆਂ ਸਨ। ਖੁਦਾ ਹੀ ਸਭ ਖਲਕਤ ਤੇ ਇਸ ਦੁਨਿਆਵੀ ਨੂੰ ਬਣਾਉਣ ਵਾਲਾ ਹੈ। ਉਹ ਸਭ ਨੂੰ ਸੁੱਖ ਤੇ ਸਭ ਦੀ ਪਰਵਰਿਸ਼ ਕਰਨ ਵਾਲਾ ਹੈ। ਉਸ ਤੋਂ ਬਿਨਾਂ ਹੋਰ ਕੋਈ ਐਸਾ ਨਹੀਂ ਜੋ ਦੁਨੀਆ 'ਤੇ ਅਜਿਹੀ ਤਾਕਤ ਵਾਲਾ ਹੋਵੇ। ਭੋਲੇ ਆਜੜੀ ਦੇ ਮਨ ਵਿੱਚ ਬਾਬਾ ਫਰੀਦ ਜੀ ਦੀ ਰੀਸ ਕਰਨ ਤੇ ਪੁੱਠੇ ਲਟਕਣ ਦੀ ਗੱਲ ਮਨ ਵਿੱਚ ਆ ਗਈ। ਉਸ ਦੇ ਕੋਲ ਰੱਸੀ ਸੀ, ਜਿਹੋ ਜਿਹੀ ਹੈ ਸੀ,
ਉਸੇ ਨਾਲ ਹੀ ਉਸ ਥੋੜ੍ਹੀ ਦੂਰ ਜਾ ਕੇ ਬਾਬਾ ਫਰੀਦ ਜੀ ਵਾਂਗ ਖੂਹ ਵਿੱਚ ਲਟਕ ਗਿਆ। ਪ੍ਰਭੂ ਭਗਤ ਵਸ਼ਲ ਹੈ, ਭੋਲੇ ਆਜੜੀ ਨੂੰ ਉਸ ਪਹਿਲੋਂ ਦਰਸ਼ਨ ਦਿੱਤੇ ਤੇ ਨਿਹਾਲ ਕੀਤਾ ਤੇ ਮਗਰੋਂ ਸੰਗਲਾਂ ਨਾਲ ਲਟਕੇ ਬਾਬਾ ਫਰੀਦ ਜੀ ਨੂੰ ਦਰਸ਼ਨ ਦਿੱਤੇ। ਸੋ ਐਸੀ ਤੜਪ ਵਿੱਚ ਵਿਆਕੁਲ ਹੋਏ ਬਾਬਾ ਫਰੀਦ ਜੀ ਪੁੱਠੇ ਲਟਕੇ ਤੇ ਬੰਦਗੀ ਕਰੀ ਗਏ। ਪਰ ਇਸ ਤਰ੍ਹਾਂ ਲਟਕਦਿਆਂ ਹੀ ਇਹ ਹਾਲਤ ਹੋ ਗਈ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆ ਕੂੰਡੇ ਕਾਗ। ਅਜੇ ਸੋ ਰੱਬ ਨਾ ਬਹੜਿਓ, ਦੇਖ ਬੰਦੇ ਕੇ ਭਾਗ। ਸਰੀਰ ਸੁੱਕ ਕੇ ਕਾਨਾ ਹੋ ਗਿਆ, ਮਾਸ ਦੀ ਤਲਾਸ਼ ਕਰਦੇ ਕਾਂ। ਆਣ ਕੇ ਠੂੰਗੇ ਮਾਰਦੇ ਹਨ, ਪੈਰ ਉੱਪਰ ਹਨ, ਇਸ ਲਈ ਪੈਰਾਂ ਦੀਆਂ ਤਲੀਆਂ ਵਿੱਚੋਂ ਮਾਸ ਕੱਢ ਕੇ ਖਾਂਦੇ ਹਨ। ਪਰ ਫਰੀਦ ਜੀ ਆਖਦੇ ਹਨ ਕਿ ਅਜੇ ਤੱਕ ਰੱਬ ਨੇ ਮੇਰੇ 'ਤੇ ਮਿਹਰ ਨਹੀਂ ਕੀਤੀ, ਮੇਰੀ ਹਾਲਤ 'ਤੇ ਤਰਸ ਨਹੀਂ ਖਾਧਾ। ਫਿਰ ਕਾਂ ਪੈਰਾਂ ਤੋਂ ਥੱਲੇ ਹਿੱਸੇ ਵਿੱਚ ਆ ਕੇ ਠੂੰਗੇ ਮਾਰਦੇ ਹਨ ਤਾਂ ਫਰੀਦ ਜੀ ਆਖਦੇ ਹਨ, ਹੇ ਕਾਮੋ, ਹੋਰ ਇਸ ਸਰੀਰ ਵਿੱਚੋਂ ਜਿੱਥੋਂ ਵੀ ਤੁਹਾਨੂੰ ਮਾਸ ਮਿਲੇ ਬੇਸ਼ੱਕ ਖਾ ਲਵੋ, ਪਰ ਇਉਂ ਕਰਨਾ ਮੇਰੀਆਂ ਅੱਖਾਂ ਨੂੰ ਨਾ ਪੈਣਾ। ਇਹਨਾਂ ਅੱਖਾਂ ਨਾਲ ਹੀ ਤਾਂ ਮੈਂ ਆਪਣੇ ਪਿਆਰੇ ਦੇ ਦਰਸ਼ਨ ਕਰਨੇ ਹਨ। ਕਾਗਾ ਕਰੰਗ ਡਡੋਲਿਆ, ਸਗਲਾ ਖਾਇਓ ਮਾਸ। ਇਹ ਦੋ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਸੋ ਬਾਬਾ ਫਰੀਦ ਜੀ ਜਦੋਂ ਅੰਤਲੇ ਦਮਾਂ 'ਤੇ ਪਹੁੰਚ ਗਏ, ਜ਼ਿੰਦਗੀ ਦੀ ਆਸ ਤੋਂ ਵੀ ਬੇਨਿਆਜ਼ ਹੋ ਗਏ, ਤਾਂ ਭਗਤ ਵਸ਼ਲ ਪ੍ਰਭੂ ਜੀ ਨੇ ਪਹਿਲਾਂ ਇੱਕ ਆਜੜੀ ਨੂੰ ਦਰਸ਼ਨ ਦਿੱਤੇ, ਜੋ ਕਿ ਕੱਚੀ ਰੱਸੀ ਨਾਲ ਹੀ ਬਾਬਾ ਫਰੀਦ ਜੀ ਦੀ ਰੀਸੇ ਖੂਹ ਵਿੱਚ ਲਟਕ ਗਿਆ ਸੀ। ਉਸਨੇ ਇਸ ਵਿਚਾਰ ਸਿਆਣਪ ਵੱਲ ਉੱਕਾ ਹੀ ਧਿਆਨ ਨਾ ਦਿੱਤਾ ਕਿ ਰੱਸੀ ਨੇ ਹੁਣੇ ਹੀ ਟੁੱਟ ਜਾਣਾ ਹੈ ਤੇ ਮੈਂ ਖੂਹ ਵਿੱਚ ਡਿੱਗ ਕੇ ਮਰ ਜਾਵਾਂਗਾ। ਸੋ ਇਸ ਤਰ੍ਹਾਂ ਬਾਬਾ ਫਰੀਦ ਜੀ ਨੂੰ ਦਰਸ਼ਨ ਹੋਏ। ਪਰ ਜਦੋਂ ਪਤਾ ਲੱਗਾ ਕਿ ਆਜੜੀ ਨੂੰ ਮੇਰੇ ਨਾਲੋਂ ਪਹਿਲਾਂ ਦਰਸ਼ਨ ਹੋਏ, ਤਾਂ ਪ੍ਰਭੂ ਜੀ ਦੀ ਇਸ ਲੀਲਾ ਨੇ ਉਹਨਾਂ ਨੂੰ ਘੋਰ ਨਿਮਰਤਾ ਵਿੱਚ ਲੀਨ ਕਰ ਦਿੱਤਾ ਤੇ ਉਹ ਘਰ ਪਹੁੰਚ ਗਏ। ਘਰ ਆ ਕੇ ਉਹਨਾਂ ਨੇ ਪੀਰ ਬਖਤਿਆਰ ਦੀਨ ਕਾਕੀ, ਜੋ ਉਸ ਸਮੇਂ ਦੇ ਮੰਨੇ ਹੋਏ ਤੇ ਖੁਦਾ ਤੱਕ ਪਹੁੰਚੇ ਫਕੀਰ ਸਨ, ਉਹਨਾਂ ਦੀ ਸ਼ਾਗਿਰਦੀ ਧਾਰਨ ਕਰ ਲਈ। ਮੁਰਸ਼ਦ ਨੇ ਬਾਬਾ ਫਰੀਦ ਜੀ ਦੀ ਸੇਵਾ ਲਾ ਦਿੱਤੀ ਕਿ ਉਹ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਨੂੰ ਇਸ਼ਨਾਨ ਕਰਾਇਆ ਕਰਨ, ਤੇ ਫਰੀਦ ਜੀ ਨੇ ਇਸ ਪ੍ਰੀਖਿਆ ਵਿੱਚ ਪੂਰਨਤਾ ਪ੍ਰਾਪਤ ਕਰਕੇ ਆਪਣੇ ਮੁਰਸ਼ਦ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਫਿਰ ਉਸ ਦਰਜੇ 'ਤੇ ਪਹੁੰਚ ਗਏ ਤੇ ਉਸ ਦਾ ਇੰਨਾ ਸਤਿਕਾਰ ਵਧਿਆ ਕਿ ਦਿੱਲੀ ਦੇ ਬਾਦਸ਼ਾਹ ਨੇ ਆਪਣੀ ਲੜਕੀ ਦਾ ਵਿਆਹ ਬਾਬਾ ਫਰੀਦ ਜੀ ਨਾਲ ਕਰਵਾ ਦਿੱਤਾ। ਪਰ ਮੰਗ ਖਾਣੇ ਫਕੀਰ ਨਾਲ ਨਹੀਂ, ਸਗੋਂ ਰੱਬ ਦੇ ਪਿਆਰੇ ਨਾਲ ਹੋਈ ਹੈ। ਫਕੀਰ ਜੀ ਦਾ ਸ਼ਹਿਜ਼ਾਦੀ ਉੱਤੇ ਉਹ ਪ੍ਰਭਾਵ ਪਿਆ ਤੇ ਉਸਨੇ ਫਕੀਰੀ ਬਸਤਰ ਪਹਿਨਣ ਤੇ ਫਕੀਰ ਜੀ ਦੀ ਸੱਚੀ ਸਾਥਣ ਬਣ ਕੇ ਉਸਨੇ ਉਹਨਾਂ ਦੀ ਖੁਸ਼ੀ ਪ੍ਰਾਪਤ ਕੀਤੀ। ਸੋ ਇਉਂ ਫਰੀਦ ਜੀ ਨੇ ਬੜੀ ਵੱਡੀ ਉਮਰ ਤੱਕ 120 ਸਾਲ ਦੇ ਲਗਭਗ ਰੱਬ ਦੀ ਬੰਦਗੀ ਕਰਨ ਮਗਰੋਂ ਚਲਾਨਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।